Okay, so hello everyone. Today we are going to talk about the next task 2 ਜੀ ਜਿਹੜਾ 29 ਜੁਲਾਈ 2023 ਨੂੰ ਆਇਆ ਸੀਗਾ। ਚਲੋ ਫਿਰ ਇਹਦੇ ਟੌਪਿਕ ਦੇ ਉੱਪਰ ਨਿਗਾਹ ਮਾਰਦੇ ਹਾਂ ਜੀ ਪਹਿਲਾਂ। Okay guys, so here we have our topic. Many people believe that countries should produce food for whole population and import as little as possible. To what extent do you agree or disagree? ਸੋ ਕਾਫੀ ਜ਼ਿਆਦਾ ਸਿੰਪਲ ਸਟੇਟਮੈਂਟ ਹੈ ਜੀ। ਆਈ ਗੈਸ ਇੱਦਾਂ ਦੀ ਸਟੇਟਮੈਂਟ ਇੱਕ ਪਹਿਲਾਂ ਵਾਲੇ ਵੀ ਆਪਣੇ ਪੇਪਰਸ ਦੇ ਵਿੱਚ ਕਦੇ ਨਾ ਕਦੇ ਆ ਚੁੱਕੀ ਹੈ, ਉਹਨੂੰ ਹੀ ਮੋਲਡ ਕਰਕੇ ਪਾ ਦਿੱਤਾ ਗਿਆ ਹੈ। ਇਹਦਾ ਸਿੰਪਲ ਮਤਲਬ ਇਹ ਹੈ ਜੀ ਕਿ ਜਿਹੜੀ ਸਾਰੀ ਪੋਪੂਲੇਸ਼ਨ ਹੈ ਉਹਦੇ ਵਾਸਤੇ ਜਿੰਨਾ ਵੀ ਫੂਡ ਰਿਕੁਆਇਰਮੈਂਟ ਹੈ ਕਿ ਉਹ ਸਾਰੀ ਲੋਕਲੀ ਕੰਟਰੀ ਦੇ ਵਿਦਿਨ ਹੀ ਪ੍ਰੋਡਿਊਸ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਕੀਤੀ ਜਾਣੀ ਚਾਹੀਦੀ। ਸਿੰਪਲ ਐਗਰੀ ਔਰ ਡਿਸਐਗਰੀ ਐਸੇ ਹੈ ਜੀ ਇਹਦੇ ਵਿੱਚ ਆਪਾਂ ਦੇਖਾਂਗੇ, ਆਪਾਂ ਪਾਰਸ਼ੀਅਲ ਲਿਖਣ ਦੀ ਕੋਸ਼ਿਸ਼ ਕਰਾਂਗੇ ਬਿਕੋਜ਼ ਦੈਟ ਇਜ਼ ਅ ਵੈਰੀ ਗੁੱਡ ਵੇ ਟੂ ਟੈਕਲ ਸੱਚ ਸਿਚੁਏਸ਼ਨ। ਜਦੋਂ ਵੀ ਤੁਹਾਡੇ ਲਈ ਕੋਈ ਅਨਨੋਨ ਕੋਈ ਤੁਹਾਨੂੰ ਟੌਪਿਕ ਮਿਲਦਾ ਜਿਹਦੇ ਉੱਪਰ ਮੇ ਬੀ ਤੁਹਾਨੂੰ ਘੱਟ ਆਈਡੀਆਜ਼ ਆਉਣ, ਇਟ ਇਜ਼ ਆਲਵੇਜ਼ ਗੁੱਡ ਟੂ ਰਾਈਟ ਅ ਪਾਰਸ਼ੀਅਲ ਐਸੇ ਬਿਕੋਜ਼ ਉਹਦੇ ਵਿੱਚ ਆਈਡੀਆਜ਼ ਜਲਦੀ ਮਿਲ ਜਾਂਦੇ ਨੇ। ਤੁਸੀਂ ਕਿਸੇ ਵੀ ਚੀਜ਼ ਦੇ ਪੋਜ਼ੀਟਿਵਸ ਐਂਡ ਨੈਗੇਟਿਵਸ ਸਾਈਮਲਟੇਨੀਅਸਲੀ ਜਲਦੀ ਗੈਦਰ ਕਰ ਲੈਂਦੇ ਹੋ ਐਜ਼ ਕੰਪੇਅਰ ਟੂ ਸਾਰੇ ਪੋਜ਼ੀਟਿਵਸ ਗੈਦਰ ਕਰਨੇ ਜਾਂ ਇਕੱਲੇ ਸਾਰੇ ਨੈਗੇਟਿਵਸ ਗੈਦਰ ਕਰਨੇ। ਚਲੋ ਫਿਰ ਲੈਟਸ ਮੂਵ ਫਾਰਵਰਡ। Okay everyone, so let's take a look at our introduction. It is opined by a number of individuals that instead of purchasing from other nations, countries ought to fulfill all their food requirements by cultivating it locally. ਨਾਓ ਆਪਾਂ ਕਾਫੀ ਜ਼ਿਆਦਾ ਸਿੰਪਲ ਸਟੇਟਮੈਂਟ ਬਣਾਈ ਹੈ ਜੀ। ਬਲੀਵਡ ਨੂੰ ਆਪਾਂ ਓਪਾਈਂਡ ਕਹਿਤਾ ਐਂਡ ਮੈਨੀ ਮਾਸਿਸ ਨੂੰ ਪੀਪਲ ਨੂੰ ਆਪਾਂ ਸਿੰਪਲੀ ਅ ਨੰਬਰ ਆਫ ਇੰਡੀਵਿਜੂਅਲਸ ਕਹਿਤਾ। ਐਂਡ ਉਸ ਤੋਂ ਬਾਅਦ ਮੈਂ ਇੱਕ ਚੀਜ਼ ਕੀਤੀ ਹੈ ਜੀ, ਮੈਂ ਸੈਂਟੈਂਸ ਨੂੰ ਬ੍ਰੇਕ ਆਫ ਕੀਤਾ ਗਾ ਐਂਡ ਉਹਨੂੰ ਰੀਅਰੇਂਜ ਕਰਤਾ, ਮਤਲਬ ਕੌਮਾ ਦੀ ਯੂਜ਼ੇਜ ਕੀਤੀ ਹੈਗੀ। ਮੈਂ ਇੰਸਟੈਡ ਨਾਲ ਸੈਂਟੈਂਸ ਥੋੜ੍ਹਾ ਜਿਹਾ ਮੂਹਰੇ ਲਿਆ, ਕਹਿ ਲਓ ਅੱਗੇ ਪਿੱਛੇ ਕਰਤਾ ਥੋੜ੍ਹਾ ਜਿਹਾ। ਇੰਸਟੈਡ ਆਫ ਪਰਚੇਜ਼ਿੰਗ ਫਰੋਮ ਅਦਰ ਨੇਸ਼ਨਸ ਇਹ ਮੈਂ ਇੰਪੋਰਟ ਦੀ ਜਗ੍ਹਾ ਦੇ ਉੱਪਰ ਲਿਖੇ, ਜਿੱਥੇ ਉਹਨਾਂ ਨੇ ਲਿਖਿਆ ਸੀ ਲਿਟਲ ਇੰਪੋਰਟ ਕਰਨਾ ਚਾਹੀਦਾ ਗਾ। ਇੰਪੋਰਟਿੰਗ ਦੀ ਜਗ੍ਹਾ 'ਤੇ ਪਰਚੇਸਿੰਗ ਵਰਤ ਲਿਆ, ਉਸ ਚੀਜ਼ ਨੂੰ ਮੂਹਰੇ ਲੈਣ ਦੇਣ ਦੂਸਰਾ ਸੈਂਟੈਂਸ ਪਿੱਛੇ ਲੈ ਗਏ। ਅਤੇ ਆਪਾਂ ਸ਼ੁੱਡ ਦੀ ਜਗ੍ਹਾ ਦੇ ਉੱਪਰ ought to ਵਰਡ ਵਰਤ ਲਿਆ, ਤੁਸੀਂ ਨੀਡ ਟੂ ਵਰਡ ਵੀ ਇਹਦੀ ਜਗ੍ਹਾ ਦੇ ਉੱਪਰ ਵਰਤ ਸਕਦੇ। ਉਸ ਤੋਂ ਬਾਅਦ ਆਪਾਂ ਲਿਖਿਆ ਕਿ ਜਿਹੜੀਆਂ ਫੂਡ ਰਿਕੁਆਇਰਮੈਂਟ ਆ ਕੰਟਰੀ ਨੂੰ ਆਪਣੀਆਂ ਸਾਰੀਆਂ ਉਹ ਫੁਲਫਿਲ ਕਰਨੀਆਂ ਚਾਹੀਦੀਆਂ ਨੇ, ਉਸ ਨੂੰ ਲੋਕਲੀ ਕਲਟੀਵੇਟ ਕਰਕੇ, ਲੋਕਲੀ ਮਤਲਬ ਆਪਣੇ ਖੁਦ ਦੇ ਏਰੀਆ ਵਿੱਚ ਉਗਾ ਕੇ। ਓਕੇ, ਉਸ ਤੋਂ ਬਾਅਦ ਆਪਣੀ ਪਾਰਸ਼ੀਅਲ ਐਸੇ ਲਈ ਥੀਸਿਸ ਸਟੇਟਮੈਂਟ ਹੈ ਜੀ, ਰੀਡ ਕਰਦੇ ਹਾਂ। Although there are various reasons to support the given nation, I state that importance of importing food cannot be neglected। ਕਿ ਕਾਫੀ ਜ਼ਿਆਦਾ ਸਿੰਪਲ ਸਟੇਟਮੈਂਟ ਬਣਾਈ ਹੈ ਜੀ ਆਪਾਂ। ਕਦੇ ਵੀ ਤੁਸੀਂ ਐਗਰੀ ਡਿਸਐਗਰੀ ਲਈ ਥੀਸਿਸ ਸਟੇਟਮੈਂਟ ਬਣਾਉਣੀ ਹੋਵੇ, ਮੈਂ ਆਪਦਾ ਪਹਿਲਾ ਸੈਂਟੈਂਸ ਬਹੁਤ ਰეკਮੈਂਡ ਕਰਾਂ ਦੈਟ ਤੁਸੀਂ ਸਿੰਪਲੀ ਲਿਖ ਸਕਦੇ ਹੋ ਦੇਰ ਆਰ ਵੇਰੀਅਸ ਰੀਜ਼ਨ ਟੂ ਸਪੋਰਟ ਦਾ ਗਿਵਨ ਨੋਸ਼ਨ। ਕਿ ਜਿਹੜਾ ਆਪਾਂ ਨੂੰ ਆਈਡੀਆ ਜਾਂ ਨੋਸ਼ਨ ਦਿੱਤਾ ਗਿਆ ਹੈ ਉਹਨੂੰ ਸਪੋਰਟ ਕਰਨ ਦੇ ਬਾਹਲੇ ਰੀਜ਼ਨ ਨੇ, ਪਰ ਮੈਂ ਫਿਰ ਵੀ ਇਹ ਤਾਂ ਕਹਿਣਾ ਹਾਂ ਕਿ ਜਿਹੜੀ ਇੰਪੋਰਟ ਕਰਨ ਦੀ ਇੰਪੋਰਟੈਂਸ ਹੈ ਫੂਡ ਨੂੰ, ਉਹ ਆਪਾਂ ਇਗਨੋਰ ਨੈਗਲੈਕਟ ਨਹੀਂ ਕਰ ਸਕਦੇ। ਸੋ ਦੈਟ ਵਾਜ਼ ਆਵਰ ਇੰਟਰੋਡਕਸ਼ਨ ਐਂਡ ਥੀਸਿਸ ਤੋਂ ਆਪਾਂ ਨੂੰ ਪਤਾ ਲੱਗਦਾ ਜੀ ਕਿ ਮੇਰਾ ਜਿਹੜਾ BP1 ਹੈ ਉਹ ਇਹਦੀ ਆਈਡੀਆ ਦੀ ਸਪੋਰਟ ਦੇ ਵਿੱਚ ਹੋਏਗਾ ਐਂਡ BP2 ਇਹਦੇ ਆਪੋਜ਼ਿਟ ਦੇ ਵਿੱਚ ਹੋਏਗਾ। ਚਲੋ ਫਿਰ ਲੈਟਸ ਮੂਵ ਔਨ, ਲੈਟਸ ਟੇਕ ਅ ਲੁੱਕ ਐਟ ਆਵਰ BP1. To begin with, it is vital for countries to grow their own food owing to numerous factors. ਓਕੇ, ਆਪਾਂ ਲਿਖ ਦਿੱਤਾ ਹੈ ਕਿ ਕੰਟਰੀਜ਼ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਖੁਦ ਦਾ ਖਾਣਾ ਉਗਾਉਣ। ਵਾਂਸ ਅਗੇਨ ਮੈਂ ਇੰਟਰੋ ਤੋਂ ਹੀ ਸਟੇਟਮੈਂਟ ਬੋਰੋ ਕਰਕੇ ਮੋਲਡ ਕਰਕੇ ਲਿਖ ਦਿੱਤੀ ਹੈ ਜੀ, ਕਾਫੀ ਸਾਰੇ ਰੀਜ਼ਨਾਂ ਕਰਕੇ ਵੀ ਇਹ ਚੀਜ਼ ਇੰਪੋਰਟੈਂਟ ਹੈ ਉਹ ਆਪਦਾ ਆਪਣਾ ਖਾਣਾ ਆਪ ਉਗਾਉਣ। ਕਿ ਦਾ ਪ੍ਰਾਈਮ ਵਨ ਇਜ਼ ਦੈਟ ਇਟ ਵਿਲ ਹੈਲਪ ਇਨ ਇੰਪਰੂਵਿੰਗ ਦਾ ਲੋਕਲ ਇਕੋਨਮੀ, ਕਿ ਜਿਹੜੀ ਉਹਨਾਂ ਦੀ ਆਪਦੀ ਲੋਕਲ ਇਕੋਨਮੀ ਹੈ ਉਹਨੂੰ ਇੰਪਰੂਵ ਕਰਨ 'ਚ ਮਦਦ ਕਰੇਗਾ। ਕਿੱਦਾਂ? If all the food is produced in local area, it will create a high demand for it and farmers will be able to sell their crops at high prices and improve their living standard. Now ਕਾਫੀ ਜ਼ਿਆਦਾ ਸਿੰਪਲ ਸਟੇਟਮੈਂਟ ਬਣਾਈਏ ਜੀ ਆਪਾਂ ਵੀ, ਜੇ ਸਾਰਾ ਫੂਡ ਲੋਕਲ ਏਰੀਆ 'ਚ ਪ੍ਰੋਡਿਊਸ ਕੀਤਾ ਜਾਏਗਾ। ਹੁਣ ਮੰਨ ਲਓ ਕਿ ਆਪਾਂ ਆਪਦੀ ਸਾਰੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਇਕੱਲਾ ਲੋਕਲੀ ਪ੍ਰੋਡਿਊਸਡ ਜਿਹੜਾ ਫੂਡ ਹੈ ਉਹ ਫੀਡ ਕਰਨਾ ਗਾ। ਦੈਟ ਮੀਨਸ ਆਪਾਂ ਇੰਪੋਰਟ ਦੇ ਉੱਪਰ ਬੈਨ ਲਗਾ ਦਿੰਦੇ ਹਾਂ, ਤਾਂ ਜਿਹੜਾ ਆਪਣਾ ਲੋਕਲੀ ਪ੍ਰੋਡਿਊਸ ਫੂਡ ਆ ਉਹਦੀ ਡਿਮਾਂਡ ਰਾਈਜ਼ ਹੋ ਜਾਏਗੀ ਜੀ, ਅਤੇ ਜਿਹੜਾ ਉਹਦਾ ਪ੍ਰਾਈਸ ਹੈਗਾ ਉਹ ਵੀ ਹਾਈ ਹੋ ਜਾਊਗਾ, ਜਿਹਦੇ ਕਰਕੇ ਫਾਰਮਰਸ ਆਪਦੇ ਜਿਹੜੇ ਕ੍ਰੌਪਸ ਆ ਉਹਨਾਂ ਨੂੰ ਮਹਿੰਗੇ ਦਾਮਾਂ 'ਤੇ ਵੇਚ ਸਕਣਗੇ, ਅਤੇ ਓਬਵੀਅਸਲੀ ਆਪਦਾ ਜਿਹੜਾ ਰਹਿਣ ਦਾ ਸਟੈਂਡਰਡ ਆ ਜਾਂ ਲਿਵਿੰਗ ਸਟੈਂਡਰਡ ਆ, ਲਾਈਫ ਸਟਾਈਲ ਆ, ਉਹਨੂੰ ਅਪਗ੍ਰੇਡ ਕਰ ਪਾਉਣਗੇ। So that was it for the first idea. Moreover, the government can also save a large amount of their funds as buying food from foreign nations is expensive due to high taxes as well as transportation charges.
ਕਾਫੀ ਜ਼ਿਆਦਾ ਸਿੰਪਲ ਆਈਡੀਆ ਹੈ ਜੀ। ਸੈਕੰਡ ਵੀ ਹੁਣ ਦੇਖੋ ਆਪਾਂ ਬਾਹਰੋਂ ਕੋਈ ਵੀ ਫੂਡ ਮੰਗਾਵਾਂਗੇ ਦੈਨ ਉਹਦੇ ਉੱਪਰ ਓਬਵੀਅਸਲੀ ਟੈਕਸਿਸ ਤਾਂ ਲੱਗਣਗੇ ਹੀ, ਦੂਸਰੀ ਕੰਟਰੀ ਦੇ ਜਿਹੜੇ ਬਾਰਡਰ ਟੈਕਸਿਸ ਹੁੰਦੇ ਐਜ਼ ਵੈਲ ਐਜ਼ ਜਿਹੜੇ ਆਪਣੇ ਟਰਾਂਸਪੋਰਟੇਸ਼ਨ ਚਾਰਜਸ ਹੁੰਦੇ ਉਹ ਵੀ ਲੱਗਦੇ ਹੁੰਦੇ। ਟਰਾਂਸਪੋਰਟੇਸ਼ਨ ਮਤਲਬ ਵੀ ਉਹ ਸ਼ਿਪ ਦੇ ਰਾਹੀਂ ਜਾਂ ਟਰੱਕਾਂ ਦੇ ਰਾਹੀਂ ਲੋਡ ਹੋ ਕੇ ਗੱਡੀ ਨਾਲ ਰਾਹੀਂ ਆਪਣੇ ਤੱਕ ਪਹੁੰਚਾਏ ਜਾਣਗੇ, ਸੋ ਉਹਦਾ ਵੀ ਖਰਚਾ ਕਿਤੇ ਨਾ ਕਿਤੇ ਵਿੱਚ ਹੀ ਪਊਗਾ। ਸੋ ਉਹ ਫੂਡ ਐਕਸਪੈਂਸਿਵ ਹੋ ਜਾਂਦਾ ਆਪਣੇ ਲਈ। ਹਾਊਐਵਰ ਜੇ ਕੰਟਰੀ ਦੇ ਵਿਦਿਨ ਪ੍ਰੋਡਿਊਸ ਕਰਾਂਗੇ ਇੱਦਾਂ ਦੇ ਐਕਸਪੈਂਸਿਸ ਆਪਾਂ ਨੂੰ ਕਰਨ ਦੀ ਕੋਈ ਵੀ ਲੋੜ ਨਹੀਂ ਹੈਗੀ। Finally, imported food items are preserved using distinct type of chemicals that may be harmful for masses to consume. Now obviously ਜੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਸਿੰਪਲੀ ਪਤਾ ਹੀ ਹੈ ਵੀ ਜੇ ਆਪਾਂ ਫੂਡ ਇੰਪੋਰਟ ਕਰਦੇ ਹਾਂ ਤਾਂ ਉਹਦੇ ਵਿੱਚ ਕੈਮੀਕਲ ਐਡ ਕੀਤੇ ਜਾਂਦੇ ਨੇ ਉਹਨੂੰ ਗਲਣ ਤੋਂ ਰੋਕਣ ਵਾਸਤੇ, ਪ੍ਰੀਜ਼ਰਵ ਕਰਨ ਵਾਸਤੇ ਫੂਡ ਦੇ ਵਿੱਚ ਕੈਮੀਕਲ ਡਿਫਰੈਂਟ ਐਡ ਕੀਤੇ ਜਾਂਦੇ ਨੇ। ਅਤੇ ਜਿਹੜੇ ਪ੍ਰੈਜ਼ਰਵੇਟਿਵਸ ਹੁੰਦੇ ਆ, ਕੈਮੀਕਲਸ ਵੀ ਕਹਿ ਸਕਦੇ, ਪ੍ਰੈਜ਼ਰਵੇਟਿਵਸ ਵੀ ਉਹਨਾਂ ਨੂੰ ਕਹਿ ਦਿੰਦੇ ਆਪਾਂ, ਇਹ ਆਪਣੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹੈਗੇ। So that was the first BP. Hope ਸਾਰਿਆਂ ਨੂੰ ਅੰਡਰਸਟੈਂਡ ਹੋ ਗਿਆ ਹੋਊਗਾ ਜੀ। So let's move on to the second one. Okay guys, so here is our BP2. However, bringing food items from other nations is beneficial for people in many ways. So bringing ਹੋ ਗਿਆ ਜੀ once again buying, purchasing and ਉਹੀ ਵੀ ਉੱਧਰੋਂ ਲਿਆਉਣਾ ਹੋਰ ਦੇਸ਼ਾਂ ਦੇ ਵਿੱਚੋਂ ਜਿਹੜਾ ਫੂਡ ਹੈ ਵੀ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਾਫੀ ਤਰੀਕਿਆਂ ਦੇ ਵਿੱਚ। Firstly, it will assist to strengthen the bonding between nations because export and import activities between them might aid to establish a healthy relationship. So ਕਾਫੀ ਜ਼ਿਆਦਾ ਸਿੰਪਲ ਹੈ ਜੀ ਆਈਡੀਆ ਵੀ ਜਿੰਨਾ ਜ਼ਿਆਦਾ ਹੁਣ ਵਪਾਰ ਹੋਊਗਾ ਦੋ ਦੇਸ਼ਾਂ ਦੇ ਵਿਚਾਲੇ ਉਨੀ ਜ਼ਿਆਦਾ ਜਿਹੜੀ ਉਹਨਾਂ ਦੀ ਰਿਲੇਸ਼ਨਸ਼ਿਪ ਆ, ਬੌਂਡਿੰਗ ਆ, ਉਹ ਜ਼ਿਆਦਾ ਇੰਪਰੂਵ ਹੋਊਗੀ। ਐਂਡ ਆਪਾਂ ਕਹਿ ਸਕਦੇ ਵੀ ਇਹਨਾਂ ਇੰਟਰਨੈਸ਼ਨਲ ਪੀਸ ਵੀ ਪ੍ਰਮੋਟ ਹੁੰਦੀ ਹੈ ਜਾਂ ਕਿਤੇ ਨਾ ਕਿਤੇ ਦੇਸ਼ਾਂ ਦੀ ਜਿਹੜੀ ਰਿਲੇਸ਼ਨਸ਼ਿਪ ਆ ਉਹ ਹੈਲਦੀ ਰਹਿੰਦੀ ਆ ਅਤੇ ਆਪਸ ਦੇ ਵਿੱਚ ਵਧੀਆ ਬਣਦੀ ਰਹਿੰਦੀ ਆ ਉਹਨਾਂ ਦੀ। Secondly, consumers would have a variety of different options to choose from and enjoy many non-native cuisines. ਇਹ ਵੀ ਕਾਫੀ ਜ਼ਿਆਦਾ ਸਿੰਪਲ ਹੈ ਜੀ। ਹੁਣ ਕੰਜ਼ਿਊਮਰਸ ਲਈ ਦੇਖੋ ਲੋਕਲ ਏਰੀਆ ਦੇ ਵਿੱਚ ਤਾਂ ਆਪਾਂ ਗਿਣਤੀ ਦੇ ਫੂਡ ਹੀ ਉਗਾ ਸਕਦੇ ਹਾਂ ਕਿ ਕੁਛ ਕੁ ਟਾਈਪ ਦੇ, ਕਿਉਂਕਿ ਜ਼ਿਆਦਾਤਰ ਫੂਡ ਡਿਫਰੈਂਟ ਕਲਾਈਮੈਟਿਕ ਕੰਡੀਸ਼ਨਸ ਵਿੱਚ ਆਉਂਦੇ ਹੈਗੇ, ਸੋ ਵਰਾਇਟੀ ਨਹੀਂ ਮਿਲੂਗੀ। ਬਟ ਜੇ ਆਪਾਂ ਬਾਹਰੋਂ ਇੰਪੋਰਟ ਕਰਾਂਗੇ ਤਾਂ ਡਿਫਰੈਂਟ ਟਾਈਪ ਆਫ ਜਿਹੜੀਆਂ ਡਿਸ਼ਿਜ਼ ਆ, ਜਿਹੜੇ ਫੂਡ ਆ ਗਏ ਉਹ ਲੋਕਾਂ ਨੂੰ ਟੇਸਟ ਕਰਨ ਨੂੰ ਮਿਲਣਗੇ। Lastly, food items cultivated in distinct parts of world contain varying nutrients which are essential for human body, but most of these require a range of specific climatic conditions to grow that cannot be provided by a single country. ਓਕੇ, ਸੋ ਆਪਾਂ ਲਿਖਿਆ ਜੀ ਕਿ ਜਿਹੜੇ ਅਲੱਗ-ਅਲੱਗ ਫੂਡ ਆਈਟਮਸ ਹੁੰਦੀਆਂ ਨੇ ਅਲੱਗ-ਅਲੱਗ ਜਗ੍ਹਾਵਾਂ 'ਤੇ ਉੱਗਣ ਵਾਲੀਆਂ, ਉਹਨਾਂ 'ਚ ਅਲੱਗ-ਅਲੱਗ ਤਰੀਕੇ ਦੇ ਨਿਊਟਰੀਐਂਟਸ ਹੁੰਦੇ ਆ। ਓਬਵੀਅਸਲੀ ਜੀ ਆਪਣੀ ਬਾਡੀ ਨੂੰ ਕਾਫੀ ਡਿਫਰੈਂਟ ਟਾਈਪ ਆਫ ਨਿਊਟਰੀਐਂਟਸ ਦੀ ਲੋੜ ਹੁੰਦੀ ਹੈ। ਕੋਈ ਇੱਕ ਟਾਈਪ ਦਾ ਫੂਡ ਆਪਾਂ ਰੋਜ਼ ਖਾਈ ਜਾਵਾਂਗੇ ਦੈਨ ਆਪਣੀ ਬਾਡੀ ਹੈਲਦੀ ਨਹੀਂ ਰਹੂਗੀ, ਆਪਾਂ ਨੂੰ ਡਿਫਰੈਂਟ ਟਾਈਪ ਆਫ ਫੂਡਸ ਖਾਣੇ ਪੈਣਗੇ, ਡਿਫਰੈਂਟ ਨਿਊਟਰੀਐਂਟਸ ਕੰਜ਼ਿਊਮ ਕਰਨੇ ਪੈਣਗੇ ਨਾ। ਹੁਣ ਜਿਹੜੇ ਡਿਫਰੈਂਟ ਟਾਈਪ ਆਫ ਫਰੂਟਸ ਆ ਗਏ ਉਹ ਵੀ ਆਪਾਂ ਇੱਕ ਦੇਸ਼ 'ਚ ਉਗਾ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਕਿਸੇ ਨੂੰ ਘੱਟ ਬਾਰਿਸ਼ ਦੀ ਲੋੜ ਹੁੰਦੀ ਹੈ, ਕਿਸੇ ਨੂੰ ਵੱਧ ਦੀ ਲੋੜ ਹੁੰਦੀ ਹੈ, ਕੋਈ ਗਰਮ ਕਲਾਈਮੇਟ 'ਚ ਉੱਗਦਾ, ਕੋਈ ਠੰਡੇ 'ਚ ਉੱਗਦਾ ਹੈਗਾ। ਸੋ ਡਿਫੀਕਲਟ ਹੋ ਜਾਊਗਾ ਸਾਰੇ ਫੂਡਸ ਨੂੰ ਇੱਕੋ ਜਗ੍ਹਾ ਦੇ ਉੱਪਰ ਉਗਾਉਣਾ, ਤਾਂ ਕਰਕੇ ਇਹ ਆਪਾਂ ਨੂੰ ਫੂਡ ਆ ਗਏ ਜਿਹੜੇ ਉਹ ਦੂਸਰੀ ਕੰਟਰੀਜ਼ ਤੋਂ ਹੀ ਮੰਗਵਾਉਣੇ ਪੈਣਗੇ, ਆਪਾਂ ਆਪਦੇ ਆਪ ਪ੍ਰੋਡਿਊਸ ਨਹੀਂ ਕਰ ਸਕਦੇ। ਇਹਦੀ ਮੈਂ ਇੱਕ ਵਧੀਆ ਐਗਜ਼ਾਮਪਲ ਵੀ ਐਡ ਕੀਤੀ ਹੈ ਜੀ। ਫੋਰ ਐਗਜ਼ਾਮਪਲ, ਕੀਵੀ ਇਜ਼ ਅ ਫਰੂਟ ਦੈਟ ਹੈਲਪਸ ਟੂ ਪ੍ਰੀਵੈਂਟ ਮੈਨੀ ਕਾਰਡੀਓਵੈਸਕੂਲਰ ਡਿਜ਼ੀਜ਼ਸ ਐਂਡ ਕੈਨ ਓਨਲੀ ਬੀ ਫਾਊਂਡ ਇਨ ਚਾਈਨਾ ਐਂਡ ਨਿਊਜ਼ੀਲੈਂਡ। ਕੀਵੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਡੇਂਗੂ ਐਂਡ ਮਲੇਰੀਆ ਵਗੈਰਾ ਜਾਂ ਫਿਰ ਸੈੱਲ ਘਟਣ ਦੇ ਰਿਲੇਟਡ ਜਿਹੜੇ ਡਿਜ਼ੀਜ਼ਸ ਹੁੰਦੇ ਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ, ਆਪਾਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੰਜ਼ਿਊਮ ਕਰਦੇ ਹਾਂ। ਐਂਡ ਅਸਲ ਦੇ ਵਿੱਚ ਇੱਕ ਚਾਈਨੀਜ਼ ਫਰੂਟ ਹੈ, ਚਾਈਨਾ ਦੇ ਵਿੱਚ ਇਹ ਕਹਿ ਲਓ ਵੀ ਪਾਇਆ ਜਾਂਦਾ ਗਾ ਐਂਡ ਨਿਊਜ਼ੀਲੈਂਡ ਦੇ ਵਿੱਚ ਵੀ ਪਾਇਆ ਜਾਂਦਾ। ਗਿਣਤੀ ਦੀਆਂ 3-4 ਕੰਟਰੀਜ਼ ਹੀ ਹੈ ਜਿੱਥੇ ਉਗਾਇਆ ਜਾਂਦਾ ਗਾ, ਤਾਂ ਕਰਕੇ ਕਹਿ ਲਓ ਵੀ ਇਹ ਵੀ ਇੱਕ ਫੋਰਨ ਫੂਡ ਹੈ ਜਿਹੜਾ ਜ਼ਿਆਦਾਤਰ ਇੰਪੋਰਟ ਹੀ ਕੀਤਾ ਜਾਂਦਾ ਗਾ, ਆਪਾਂ ਇੰਡੀਆ ਦੇ ਵਿੱਚ ਉਹਨੂੰ ਨਹੀਂ ਉਗਾ ਸਕਦੇ। ਸੋ ਦੈਟ ਵਾਜ਼ ਇਟ ਫॉर BP2 ਗਾਈਜ਼। ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਜੀ। ਚਲੋ ਫਿਰ ਅੱਜ ਦੇ ਕਨਕਲੂਜ਼ਨ ਦੇ ਉੱਪਰ ਨਿਗਾਹ ਮਾਰਦੇ ਹਾਂ। ਓਕੇ ਗਾਈਜ਼, ਸੋ ਹੇਅਰ ਵੀ ਹੈਵ ਆਵਰ ਕਨਕਲੂਜ਼ਨ। ਕਾਫੀ ਜ਼ਿਆਦਾ ਸਿੰਪਲ ਹੈ ਜੀ। ਮੈਂ ਅਰਲੀਅਰ ਵਾਂਗੂ ਹੀ ਬਸ ਆਪਦੀ ਥੀਸਿਸ ਸਟੇਟਮੈਂਟ ਨੂੰ ਰੀਫਰੇਸ ਕਰਕੇ ਉਹਦੇ ਵਿੱਚ 2 ਆਈਡੀਆਜ਼ ਦੇ ਨੇਮ ਜਿਹੜੇ ਨੇ ਉਹ ਐਡ ਕਰ ਦਿੱਤੇ ਨੇ। ਇਨ ਕਨਕਲੂਜ਼ਨ,
While improving an economy and saving money are advantages of producing all the food in a local area, I restate that importing also has its own merits. ਕਾਫੀ ਸਿੰਪਲ ਹੈ ਜੀ ਵੀ ਇਕੋਨਮੀ ਨੂੰ ਇੰਪਰੂਵ ਕਰਦਾ ਹੈ ਅਤੇ ਪੈਸਾ ਬਚਾਉਂਦਾ ਹੈ ਆਪਣੇ ਲਈ। ਇਹ ਤਾਂ ਫਾਇਦੇ ਨੇ ਜੇ ਆਪਾਂ ਸਾਰਾ ਫੂਡ ਲੋਕਲੀ ਪ੍ਰੋਡਿਊਸ ਕਰੀਏ, ਪਰ ਮੈਂ ਕਹਿਣਾ ਗਾ ਵੀ ਇੰਪੋਰਟਿੰਗ ਦੇ ਵੀ ਆਪਦੇ ਫਾਇਦੇ ਨੇ। ਸੋ ਦੈਟ ਵਾਜ਼ ਇਟ ਫॉर ਟੁਡੇ ਗਾਇਸ। ਹੋਪ ਸਾਰਿਆਂ ਨੂੰ ਅੰਡਰਸਟੈਂਡ ਹੋ ਗਿਆ ਹੋਊਗਾ ਜੀ ਅੱਜ ਦਾ ਟੌਪਿਕ। ਐਂਡ ਜੇ ਕਿਸੇ ਦੇ ਕੋਈ ਵੀ ਡਾਊਟਸ ਹੋਣ ਜਾਂ ਕੋਈ ਆਈਡੀਆਜ਼ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਦੈਨ ਪਲੀਜ਼ ਕਮੈਂਟ ਡਾਊਨ। ਐਂਡ ਜੇ ਵੀਡੀਓ ਵਧੀਆ ਲੱਗੇ ਹੋਵੇ ਦੈਨ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ। ਪੀਸ।